ਡਾਕਟਰ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਡੂੰਘੀਆਂ ਸਿਖਰਾਂ, ਭਾਗ 19ਵਾਂ, ਜਗਤ ਮੇਲੇ ਨੂੰ ਬੇਦਾਵਾ। ਅਸੀਂ ਸਾਰਿਆਂ ਨੇ ਪਾਗਲ ਹੋਣਾ ਹੈ। ਕੁਝ ਹੋ ਗਏ ਹਨ, ਬਾਕੀ ਹੋਣ ਦੀ ਤਿਆਰੀ ਕਰ ਰਹੇ ਹਨ। ਪਾਗਲ ਵਿਅਕਤੀ ਮਨੁੱਖ ਹੋਣ ਦੇ ਦਰਦ ਤੋਂ ਬਚ ਜਾਂਦਾ ਹੈ। ਇਕੱਲਤਾ ਦੇ ਰੋਗ ਦੀ ਸਭ ਤੋਂ ਨਿੱਘਰੀ ਹੋਈ ਹਾਲਤ ਨੂੰ ਪਾਗਲਪਣ ਕਹਿੰਦੇ ਹਨ। ਕਿਸੇ ਨਾਲ ਮਿਲ ਕੇ ਰਹਿਣਾ ਅਸੰਭਵ ਹੁੰਦਾ ਜਾ ਰਿਹਾ ਹੈ। ਇਸੇ ਕਾਰਨ ਹਰ ਕਿਸੇ ਦੀ ਸ਼ਿਕਾਇਤ ਹੈ ਕਿ ਦੂਜੇ ਉਸ ਨੂੰ ਤੰਗ ਕਰ ਰਹੇ ਹਨ। ਕੋਈ ਵੀ ਇੱਕ ਪਾਗਲ ਕਿਸੇ ਹੋਰ ਪਾਗਲ ਵਰਗਾ ਨਹੀਂ ਹੁੰਦਾ। ਪਾਗਲਾਂ ਦੀਆਂ ਜਥੇਬੰਦੀਆਂ ਸੰਭਵ ਨਹੀਂ, ਨਾ ਹੀ ਪਾਗਲਾਂ ਦੇ ਗ੍ਰੰਥ ਹੁੰਦੇ ਹਨ। ਪਾਗਲ ਕਿਸੇ ਪਾਗਲ ਨਾਲ ਵੀ ਕਿਸੇ ਪ੍ਰਕਾਰ ਦਾ ਸੰਚਾਰ ਜਾਂ ਲੈਣ ਦੇਣ ਨਹੀਂ ਕਰ ਸਕਦਾ। ਸਰੀਰ ਦਾ ਕੋਈ ਅੰਗ ਖਰਾਬ ਹੋ ਜਾਵੇ ਗੁਜ਼ਾਰਾ ਹੋ ਜਾਂਦਾ ਹੈ, ਪਰ ਜਦੋਂ ਦਿਮਾਗ ਹੀ ਵਿਗੜ ਜਾਵੇ ਤਾਂ ਕੁਝ ਵੀ ਠੀਕ ਨਹੀਂ ਰਹਿੰਦਾ। ਕਿਸੇ ਸਮਾਜ ਦੀ ਖੁਸ਼ਹਾਲੀ ਜਾਂ ਮੰਦਹਾਲੀ ਦਾ ਅਨੁਮਾਨ ਉਸ ਸਮਾਜ ਦੇ ਆਪਣੇ ਪਾਗਲਾਂ ਪ੍ਰਤੀ ਵਿਹਾਰ ਤੋਂ ਸਹਿਜੇ ਹੀ ਲਿਆ ਜਾ ਸਕਦਾ ਹੈ। ਪਾਗਲਾਂ ਦਾ ਚੰਗਾ ਧਿਆਨ ਤਾਂ ਹੀ ਰੱਖਿਆ ਜਾ ਸਕਦਾ ਹੈ ਜੇ ਕੋਈ ਪਾਗਲ ਹੋਵੇ, ਪਰ ਅਜੋਕੇ ਮਨੁੱਖ ਨੇ ਪਾਗਲ ਹੋਣ ਅਤੇ ਦੂਜਿਆਂ ਨੂੰ ਪਾਗਲ ਕਰਨ ਦੇ ਅਥਾਹ ਮੌਕੇ ਅਤੇ ਹਾਲਤਾਂ ਉਪਜਾ ਲਈਆਂ ਹਨ। ਸੋ ਪਾਗਲ ਖਾਨਿਆਂ ਜਾਂ ਮਾਨਸਿਕ ਹਸਪਤਾਲਾਂ ਵਿੱਚ ਸਮਰੱਥਾ ਨਾ ਹੋਣ ਕਾਰਨ ਪਾਗਲਾਂ ਦੀ ਸਾਂਭ ਸੰਭਾਲ ਇੱਕ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ। ਕੋਈ ਪਰਿਵਾਰ ਆਪਣੇ ਸਾਰੇ ਵਸੀਲੇ ਜੁਟਾ ਕੇ ਇੱਕ ਪਾਗਲ ਦਾ ਵੀ ਪੂਰਾ ਧਿਆਨ ਨਹੀਂ ਰੱਖ ਸਕਦਾ। ਵੱਡੇ ਸ਼ਹਿਰਾਂ ਵਿੱਚ ਲੱਖਾਂ ਲੋਕ ਇਕੱਠੇ ਹੋ ਕੇ ਇਕੱਲਤਾ ਤੋਂ ਉਪਜਿਆ ਪਾਗਲਪਣ ਹੰਢਾ ਰਹੇ ਹਨ। ਯਥਾਰਥ ਉਹੀ ਹੁੰਦਾ ਹੈ ਜਿਸ ਵਿੱਚੋਂ ਅਸੀਂ ਗੁਜ਼ਰਦੇ ਹਾਂ, ਬਾਕੀ ਸਭ ਆਦਰਸ਼ਵਾਦ ਹੁੰਦਾ ਹੈ। ਅਸੀਂ ਗੱਲਾਂ ਭਾਵੇਂ ਸਾਰੇ ਸੰਸਾਰ ਦੀਆਂ ਜਾਂ ਸਮੁੱਚੀ ਮਨੁੱਖਤਾ ਦੀਆਂ ਕਰਦੇ ਹਾਂ, ਪਰ ਅਸੀਂ ਜਿਉਂਦੇ ਵਿਅਕਤੀਗਤ ਪੱਧਰ 'ਤੇ ਹਾਂ ਅਤੇ ਧੁਰ ਅੰਦਰੋਂ ਅਸੀਂ ਸਾਰੇ ਇਕੱਲੇ ਹਾਂ। ਸਾਡੀ ਸੋਚ, ਸਾਡੀ ਸਿਆਣਪ ਅਤੇ ਮੂਰਖਤਾ ਦਾ ਮਿਲ ਗੋਬਾ ਹੁੰਦੀ ਹੈ। ਆਪਣੀਆਂ ਨਜ਼ਰਾਂ ਵਿੱਚ ਅਸੀਂ ਸਿਆਣੇ ਹੁੰਦੇ ਹਾਂ ਅਤੇ ਦੂਜਿਆਂ ਦੀਆਂ ਨਜ਼ਰਾਂ ਵਿੱਚ ਮੂਰਖ। ਮਨੁੱਖ ਦੀ ਆਪਣੇ ਆਪ ਬਾਰੇ ਭਰਮ ਉਪਜਾਉਣ ਦੀ ਸ਼ਕਤੀ ਅਸੀਮ ਹੈ। ਭਰਮ ਉਪਜਾਉਣ ਦਾ ਕਾਰਜ ਜੀਵਨ ਭਰ ਚੱਲਦਾ ਹੈ। ਜਦੋਂ ਕਿਸੇ ਤੋਂ ਸਾਰੇ ਭਰਮ ਖੋਹ ਲਏ ਜਾਣ ਤਾਂ ਉਹ ਜਾਂ ਆਤਮਘਾਤ ਕਰੇਗਾ ਜਾਂ ਪਾਗਲ ਹੋ ਜਾਵੇਗਾ। ਪਾਗਲ ਦਾ ਸਵਰਗ ਸਧਾਰਨ ਵਿਅਕਤੀਆਂ ਲਈ ਨਰਕ ਹੋ ਜਾਂਦਾ ਹੈ। ਪਾਗਲ ਦੀ ਮੌਤ ਉਡੀਕੀ ਜਾਂਦੀ ਹੈ, ਪਰ ਉਹ ਮਰਦਾ ਨਹੀਂ, ਕਿਉਂਕਿ ਪਾਗਲਾਂ ਨੂੰ ਕੈਂਸਰ, ਖੂਨ ਦਾ ਵੱਧ ਦਬਾਅ, ਸ਼ੱਕਰ ਰੋਗ ਜਾਂ ਦਿਲ ਦਾ ਦੌਰਾ ਆਦਿ ਨਹੀਂ ਪੈਂਦੇ। ਇਹ ਰੋਗ ਚਿੰਤਾ ਅਤੇ ਤਣਾਅ ਤੋਂ ਉਪਜਦੇ ਹਨ, ਪਰ ਪਾਗਲ ਤਣਾਅ ਅਤੇ ਚਿੰਤਾ ਤੋਂ ਮੁਕਤ ਹੁੰਦਾ ਹੈ। ਉਹ ਆਪਣੇ ਮਨ ਉੱਤੇ ਬੋਝ ਨਹੀਂ ਪਾਉਂਦਾ। ਜੋ ਉਸਦੇ ਮਨ ਵਿੱਚ ਆਉਂਦਾ ਹੈ, ਕਰਦਾ ਹੈ ਅਤੇ ਕਹਿ ਦਿੰਦਾ ਹੈ। ਪਾਗਲ ਸਹੀ ਅਰਥਾਂ ਵਿੱਚ ਵਰਤਮਾਨ ਵਿੱਚ ਜਿਉਂਦੇ ਹਨ। ਹਰ ਨਵਾਂ ਪਲ ਪਾਗਲ ਲਈ ਚੁਣੌਤੀ ਅਤੇ ਅਵਸਰ ਹੁੰਦਾ ਹੈ। ਇਲਾਜ ਦੇ ਪੱਖੋਂ ਪਾਗਲ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਹੈ। ਪਾਗਲ ਸਧਾਰਨ ਢੰਗ ਨਾਲ ਨਾ ਬਹਿ ਸਕਦਾ ਹੈ, ਨਾ ਖਲੋ ਸਕਦਾ ਹੈ, ਨਾ ਵੇਖ ਸਕਦਾ ਹੈ, ਨਾ ਚੁੱਪ ਰਹਿ ਸਕਦਾ ਹੈ, ਨਾ ਖਾ ਸਕਦਾ ਹੈ, ਨਾ ਅੰਦਰ ਜਾ ਸਕਦਾ ਹੈ, ਨਾ ਅੰਦਰ ਆ ਸਕਦਾ ਹੈ, ਨਾ ਬਾਹਰ ਜਾ ਸਕਦਾ ਹੈ। ਇਵੇਂ ਉਹ ਘੱਟ ਤੋਂ ਘੱਟ ਸਮੇਂ ਵਿੱਚ ਆਪਣੀਆਂ ਹਰਕਤਾਂ ਨਾਲ ਆਪਣੀ ਪੂਰੀ ਜਾਣ ਪਛਾਣ ਕਰਵਾ ਦਿੰਦਾ ਹੈ। ਪਾਗਲ ਦੇ ਵਿਹਾਰ ਬਾਰੇ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ। ਅਸੀਂ ਸਵਰਗ ਗਵਾ ਕੇ ਹੀ ਇਸ ਸੰਸਾਰ ਨੂੰ ਪ੍ਰਾਪਤ ਕਰਦੇ ਹਾਂ, ਪਰ ਪਾਗਲ ਤਾਂ ਇਸ ਸੰਸਾਰ ਨੂੰ ਵੀ ਗਵਾ ਦਿੰਦਾ ਹੈ, ਕਿਉਂਕਿ ਇਸ ਸੰਸਾਰ ਵਿੱਚ ਵੀ ਉਹ ਹਾਜ਼ਰ ਹੋ ਕੇ ਗੈਰ ਹਾਜ਼ਰ ਹੋ ਜਾਂਦਾ ਹੈ। ਪਾਗਲ ਸਾਬਤ ਕਰ ਦਿੰਦਾ ਹੈ ਕਿ ਜੇ ਕਹਿਣ ਲਈ ਕੁਝ ਨਾ ਹੋਵੇ ਤਾਂ ਚੁੱਪ ਰਹਿਣਾ ਬੜਾ ਔਖਾ ਹੁੰਦਾ ਹੈ। ਪਾਗਲਾਂ ਲਈ ਆਪਣੀ ਅਕਲ ਦੇ ਘੇਰੇ ਵਿੱਚ ਰਹਿਣਾ ਸੰਭਵ ਨਹੀਂ ਹੁੰਦਾ। ਪਾਗਲਾਂ ਕੋਲ ਕਲਪਨਾ ਹੁੰਦੀ ਹੈ, ਪਰ ਸੂਝ ਨਹੀਂ ਹੁੰਦੀ। ਸੂਝ ਤੋਂ ਬਿਨਾਂ ਕਲਪਨਾ ਸਜ਼ਾ ਹੋ ਨਿਬੜਦੀ ਹੈ। ਐਵੇਂ ਅਸਫਲ ਕਲਾਕਾਰ ਨੂੰ ਪਾਗਲ ਕਹਿੰਦੇ ਹਨ।
ਫਿਲਮ ਜਗਤ ਵਿੱਚ ਸਫਲ ਕਲਾਕਾਰਾਂ ਦੇ ਪਾਗਲਪਨ ਨੂੰ ਸਿਰਜਣਾਤਮਕਤਾ ਕਿਹਾ ਜਾਂਦਾ ਹੈ। ਪਾਗਲ ਦਾ ਮਨ ਦੂਰ ਦੂਰ ਦੌੜਦਾ ਹੈ। ਉਸਦੇ ਮਸਤਕ ਵਿੱਚ ਵਿਚਾਰਾਂ ਅਤੇ ਕਲਪਨਾ ਦਾ ਕੜਮੱਸ ਹੁੰਦਾ ਹੈ। ਉਹ ਰੁਕ ਨਹੀਂ ਸਕਦਾ ਅਤੇ ਕੋਈ ਉਸ ਨੂੰ ਰੋਕ ਨਹੀਂ ਸਕਦਾ। ਇਸੇ ਕਰਕੇ ਪਾਗਲ ਸਧਾਰਨ ਵਿਅਕਤੀਆਂ ਨਾਲੋਂ ਵਧੇਰੇ ਸ਼ਿੱਦਤ ਨਾਲ, ਜ਼ੋਰ ਨਾਲ, ਜੋਸ਼ ਨਾਲ ਅਤੇ ਇਕਾਗਰਤਾ ਨਾਲ ਵਿਚਰਦਾ ਹੈ। ਪਾਗਲ ਆਪਣੇ ਆਪ ਬਾਰੇ ਸੁਚੇਤ ਨਹੀਂ ਹੁੰਦਾ, ਇਸੇ ਲਈ ਉਹ ਹੱਸਦਾ ਹੱਸਦਾ ਅਚਾਨਕ ਰੋਣ ਲੱਗ ਪੈਂਦਾ ਹੈ ਅਤੇ ਰੋਂਦਾ ਰੋਂਦਾ ਅਚਾਨਕ ਨੱਚਣ ਲੱਗ ਪੈਂਦਾ ਹੈ। ਸਵੈ ਵਿਰੋਧੀ ਵਿਹਾਰ ਨੂੰ ਹੀ ਪਾਗਲਪਣ ਕਹਿੰਦੇ ਹਨ। ਸਵੈ ਵਿਰੋਧੀ ਵਿਹਾਰ ਨੂੰ ਹੀ ਪਾਗਲਪਣ ਕਹਿੰਦੇ ਹਨ। ਕਈ ਪਾਗਲਾਂ ਦਾ ਸਰੀਰ 40 ਸਾਲ ਦਾ ਅਤੇ ਉਹਨਾਂ ਦੀ ਬੁੱਧੀ 2 ਸਾਲ ਦੇ ਬੱਚੇ ਵਾਲੀ ਹੁੰਦੀ ਹੈ। ਕਈ ਪਾਗਲ ਆਪਣੇ ਦਿਮਾਗ ਨੂੰ ਇਤਨਾ ਅਧਿਕ ਵਰਤਦੇ ਹਨ ਕਿ ਉਹਨਾਂ ਦੀ ਬੁੱਧੀ ਦਾ ਉਹਨਾਂ ਦੇ ਸਰੀਰ ਨਾਲ ਤਾਲਮੇਲ ਹੀ ਵਿਗੜ ਜਾਂਦਾ ਹੈ। ਸੋ ਪਾਗਲ ਵਿਅਕਤੀ ਨਿਰੰਤਰ ਕਸ਼ਟ ਵਿੱਚ ਰਹਿੰਦੇ ਹਨ। ਸਰੀਰਕ ਕਸ਼ਟ ਤਾਂ ਸਮੁੱਚੇ ਜੀਵ ਜੰਤੂ ਜਗਤ ਨੂੰ ਹੁੰਦੇ ਹਨ, ਪਰ ਮਾਨਸਿਕ ਕਸ਼ਟ ਕੇਵਲ ਮਨੁੱਖਾਂ ਨੂੰ ਹੀ ਹੁੰਦੇ ਹਨ। ਮਾਨਵ ਜਾਤੀ ਦੇ ਸਾਂਝੇ ਅਨੁਭਵਾਂ ਵਿੱਚੋਂ ਦੁੱਖ ਸਰਵੋਤਮ ਹੈ ਅਤੇ ਪਾਗਲਪਣ ਦੁੱਖ ਦੀ ਇੱਕ ਦੁਖਦਾਈ ਵੰਨਗੀ ਹੈ। ਪਾਗਲ ਆਪਣੇ ਪਾਗਲਪਣ ਦੀ ਹਾਲਤ ਕਰਕੇ ਆਪ ਸੌਖਾ ਹੋ ਜਾਂਦਾ ਹੈ, ਪਰ ਉਸ ਨਾਲ ਸੰਬੰਧਿਤ ਵਿਅਕਤੀ ਅੰਤਾਂ ਦਾ ਦੁੱਖ ਭੋਗਦੇ ਹਨ। ਕੋਈ ਵਿਅਕਤੀ ਅੰਦਰੋਂ ਕਿਵੇਂ ਟੁੱਟਦਾ ਹੈ, ਉਸ ਦਾ ਧੁੰਦਲਾ ਜਿਹਾ ਅਨੁਮਾਨ ਪਾਗਲ ਦੇ ਘਰ ਦੇ ਜੀਆਂ ਨੂੰ ਵੇਖ ਕੇ ਸਹਿਜੇ ਹੀ ਲਾਇਆ ਜਾ ਸਕਦਾ ਹੈ। ਹਰੇਕ ਪਾਗਲ ਦੇ ਪਾਗਲ ਹੋਣ ਦਾ ਢੰਗ ਅਤੇ ਕਾਰਨ ਵੱਖਰਾ ਹੁੰਦਾ ਹੈ। ਇਸੇ ਕਰਕੇ ਹਰ ਪਾਗਲ ਮੌਲਿਕ ਅਤੇ ਨਿਆਰਾ ਹੁੰਦਾ ਹੈ। ਇਕੱਲਤਾ, ਪਿਆਰ ਵਿੱਚ ਅਸਫਲਤਾ, ਵਪਾਰ ਵਿੱਚ ਵੱਡਾ ਘਾਟਾ, ਅਸਹਿ ਸਦਮਾ, ਜਮਾਂਦਰੂ ਸਰੀਰਕ ਨੁਕਸ, ਦਿਮਾਗੀ ਸੱਟ, ਵਿਛੋੜਾ, ਲੰਮੀ ਉਮਰ ਕਾਰਨ ਅਲਜ਼ੀਮਰ ਦਾ ਰੋਗ ਆਦਿ ਪਾਗਲ ਹੋਣ ਦੇ ਕੁਝ ਉਘੜਵੇਂ ਕਾਰਨ ਹਨ। ਪਾਗਲਪਨ ਇੱਕ ਚੱਕਰਦਾਰ ਭਟਕਣ ਹੈ, ਕਿਉਂਕਿ ਪਾਗਲ ਚੱਲਦਾ ਹੈ ਪਰ ਪਹੁੰਚਦਾ ਕਿਧਰੇ ਨਹੀਂ। ਪਿੱਛੇ ਜਿਹੇ ਸੜਕ ਉੱਤੇ ਵਾਹੋਦਾਹੀ ਜਾਂਦੇ ਇੱਕ ਵਿਅਕਤੀ ਨੂੰ ਸਹਿਯੋਗ ਦੀ ਭਾਵਨਾ ਨਾਲ ਮੈਂ ਆਪਣੇ ਸਕੂਟਰ 'ਤੇ ਬਿਠਾ ਲਿਆ। ਹਰ ਮੋੜ 'ਤੇ ਪੁੱਛਦਾ ਸਾਂ ਕਿ ਕਿੱਥੇ ਜਾਣਾ ਹੈ, ਤਾਂ ਉਹ ਹਰ ਵਾਰੀ ਇਹੀ ਕਹਿੰਦਾ ਸੀ, ਅੱਗੇ। ਕਾਫੀ ਦੂਰ ਲੰਘ ਆਉਣ ਉਪਰੰਤ ਮੈਂ ਰੁਕ ਕੇ ਉਸਨੂੰ ਪੁੱਛਿਆ ਕਿ ਉਸਨੇ ਜਾਣਾ ਕਿੱਥੇ ਹੈ, ਤਾਂ ਮੈਨੂੰ ਸੋਝੀ ਹੋਈ ਕਿ ਉਹ ਤਾਂ ਪਾਗਲ ਸੀ। ਪਾਗਲ ਕੋਲ ਜਾਂ ਤਾਂ ਕਿਸੇ ਸਵਾਲ ਦਾ ਜਵਾਬ ਨਹੀਂ ਹੁੰਦਾ ਜਾਂ ਹਰੇਕ ਸਵਾਲ ਦਾ ਇੱਕ ਹੀ ਜਵਾਬ ਹੁੰਦਾ ਹੈ। ਜਦੋਂ ਟਿਕਾਣਾ ਨਾ ਪਤਾ ਹੋਵੇ ਤਾਂ ਸਭ ਰਾਹ ਠੀਕ ਜਾਂ ਸਭ ਰਾਹ ਗਲਤ ਹੋ ਜਾਂਦੇ ਹਨ। ਪਾਗਲ ਕੋਲ ਠੀਕ ਗਲਤ ਦੀ ਪਛਾਣ ਨਹੀਂ ਹੁੰਦੀ। ਠੀਕ ਗਲਤ ਦਾ ਧੁੰਦਲਾਪਣ ਪਾਗਲ ਹੋਣ ਤੋਂ ਪਹਿਲਾਂ ਹੀ ਪ੍ਰਗਟ ਹੋਣ ਲੱਗ ਪੈਂਦਾ ਹੈ। ਨਸ਼ੇ ਕਰਨ ਵਾਲੇ ਨੀਮ ਪਾਗਲ ਅਵਸਥਾ ਵਿੱਚ ਹੁੰਦੇ ਹਨ। ਇੱਕ ਕੰਪਨੀ ਵਿੱਚ ਚੰਗੇ ਅਹੁਦੇ 'ਤੇ ਲੱਗੇ ਇੱਕ ਵਿਅਕਤੀ ਨੇ ਚੰਗੀ ਆਮਦਨ ਦੇ ਬਾਵਜੂਦ ਕੋਈ ਬੱਚਤ ਨਾ ਕੀਤੀ ਅਤੇ ਸਭ ਕੁਝ ਨਸ਼ਿਆਂ ਉੱਤੇ ਲਾ ਦਿੱਤਾ। ਢਲਦੇ ਸਾਲਾਂ ਵਿੱਚ ਕੰਪਨੀ ਨੇ ਤਿਆਗ ਦਿੱਤਾ। ਪਤਨੀ ਛੱਡ ਗਈ, ਬੱਚੇ ਪਹਿਲਾਂ ਹੀ ਛੱਡ ਚੁੱਕੇ ਸਨ। ਉਹ ਪਾਗਲ ਹੋ ਕੇ ਖੁੱਲ੍ਹੇ ਵਾਲਾਂ ਨਾਲ ਸ਼ਹਿਰ ਦੇ ਵੱਡੇ ਬਾਜ਼ਾਰਾਂ ਵਿੱਚ ਘੁੰਮਣ ਲੱਗ ਪਿਆ। ਇੱਕ ਇਸਤਰੀ ਬੱਚਿਆਂ ਨੂੰ ਘਰੋਂ ਬਾਹਰ ਨਹੀਂ ਸੀ ਜਾਣ ਦਿੰਦੀ। ਬੱਚੇ ਵੱਖਰੀ ਥਾਂ 'ਤੇ ਰੱਖੇ ਜਾਣ ਲੱਗੇ। ਉਹ ਪਾਗਲਾਂ ਵਾਂਗ ਬੱਚਿਆਂ ਵੱਲ ਦੌੜਦੀ ਸੀ। ਬੱਚੇ ਉਸਦੇ ਪਾਗਲਪਣ ਕਰਕੇ ਨੇੜੇ ਨਹੀਂ ਸਨ ਆਉਂਦੇ। ਇਹ ਦੁਖਦਾਈ ਨਾਟਕ ਰੋਜ਼ ਹੁੰਦਾ ਸੀ। ਇੱਕ ਅਮੀਰ ਪਰਿਵਾਰ ਦਾ ਵਿਅਕਤੀ ਜਮਾਂਦਰੂ ਬੌਧਿਕ ਊਣੇਪਣ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਬੱਸ ਅੱਡੇ ਪਹੁੰਚ ਕੇ ਮੰਗਣ ਲੱਗ ਪੈਂਦਾ ਸੀ। ਉਸ ਦਾ ਅਜਿਹਾ ਵਿਹਾਰ ਉਸਦੇ ਸਮੁੱਚੇ ਪਰਿਵਾਰ ਲਈ ਨਮੋਸ਼ੀ ਦਾ ਕਾਰਨ ਸੀ। ਇੱਕ ਫੌਜੀ ਯੁੱਧ ਵਿੱਚੋਂ ਤਾਂ ਬਚ ਆਇਆ, ਪਰ ਕੁਝ ਚਿਰ ਪਿੱਛੋਂ ਇਸ ਭਰਮ ਨਾਲ ਕਿ ਜੰਗ ਚੱਲ ਰਹੀ ਹੈ ਪਰ ਉਹ ਭੱਜ ਆਇਆ ਹੈ, ਉਹ ਪਾਗਲ ਹੋ ਗਿਆ। ਪਾਗਲ ਹੋ ਕੇ ਮਰੀ ਮਾਂ ਦੀ ਇੱਕ ਲੜਕੀ ਦਾ ਵਿਆਹ ਨਹੀਂ ਸੀ ਹੋ ਰਿਹਾ। ਆਪਣੇ ਪਿਤਾ ਕੋਲ ਰਹਿੰਦੀ ਸੀ। ਪਿਤਾ ਦੀ ਹਾਦਸੇ ਵਿੱਚ ਮੌਤ ਹੋ ਗਈ। ਉਹ ਇਸ ਚਿੰਤਾ ਨਾਲ ਪਾਗਲ ਹੋ ਗਈ ਕਿ ਹੁਣ ਉਸ ਦਾ ਕੀ ਬਣੇਗਾ। ਇੱਕ ਇਸਤਰੀ ਪਤੀ ਤੋਂ ਤੰਗ ਆ ਕੇ ਬੱਚਿਆਂ ਸਮੇਤ ਨਹਿਰ ਵਿੱਚ ਕੁੱਦ ਪਈ। ਬੱਚੇ ਮਰ ਗਏ ਪਰ ਆਪ ਬਚ ਗਈ। ਪਾਗਲ ਹੋ ਗਈ। ਪਾਗਲ ਵਿਅਕਤੀ ਦਾ ਬੇਨਿਯਮ ਵਿਹਾਰ ਪਾਗਲਪਣ ਦਾ ਸਭ ਤੋਂ ਵੱਡਾ ਅਕਾਊ ਲੱਛਣ ਹੁੰਦਾ ਹੈ, ਜਿਸ ਕਾਰਨ ਪਾਗਲ ਦੀ ਦੇਖਭਾਲ ਕਰਨੀ ਬੜੀ ਥਕਾਊ ਹੋ ਜਾਂਦੀ ਹੈ। ਪਾਗਲ ਕੋਲ ਵਕਤ ਦੀ ਸੋਝੀ ਨਹੀਂ ਹੁੰਦੀ, ਸੋ ਉਸਦੇ ਜਾਗਣ ਸੌਣ ਦਾ ਕੋਈ ਨੇਮ ਨਹੀਂ ਰਹਿੰਦਾ।
ਲੰਮੇ ਅਰਸੇ ਤੱਕ ਹੰਢਾਈ ਉਦਾਸੀ ਜਾਂ ਮਾਯੂਸੀ ਜਾਂ ਢਹਿੰਦੀ ਕਲਾ ਆਪਣੇ ਅੰਤਲੇ ਰੂਪ ਵਿੱਚ ਪਾਗਲਪਣ ਬਣ ਜਾਂਦੀ ਹੈ। ਜਿਹੜੇ ਆਤਮਘਾਤ ਕਰਨ ਵਿੱਚ ਅਸਫਲ ਹੁੰਦੇ ਹਨ ਉਹ ਅਕਸਰ ਪਾਗਲ ਹੋ ਜਾਂਦੇ ਹਨ। ਪਾਗਲਾਂ ਦਾ ਆਪਾ ਦੁਫਾੜ ਹੋ ਜਾਂਦਾ ਹੈ। ਲਗਾਤਾਰ ਸੋਚਾਂ ਦੇ ਬੋਝ, ਪਛਤਾਵੇ ਅਤੇ ਚਿੰਤਾ ਕਾਰਨ ਇੰਝ ਲੱਗਦਾ ਹੈ ਜਿਵੇਂ ਦਿਮਾਗ ਦਾ ਜੋੜ ਖੁੱਲ੍ਹ ਗਿਆ ਹੋਵੇ। ਪਾਗਲ ਕਿਸੇ ਦਾ ਜਾਣਬੁੱਝ ਕੇ ਨੁਕਸਾਨ ਨਹੀਂ ਕਰਦਾ, ਉਹ ਲਾਭ ਨੁਕਸਾਨ ਤੋਂ ਅਭਿੱਜ ਹੁੰਦਾ ਹੈ, ਪਰ ਸਰੀਰ ਅਤੇ ਸੋਚ ਵਿੱਚ ਤਾਲਮੇਲ ਨਾ ਹੋਣ ਕਾਰਨ ਉਸ ਤੋਂ ਨੁਕਸਾਨ ਹੋ ਜਾਂਦਾ ਹੈ, ਜਿਸ ਕਾਰਨ ਉਹ ਕਈ ਵਾਰੀ ਕੁੱਟ ਵੀ ਖਾਂਦਾ ਹੈ ਅਤੇ ਹੋਰ ਇਕੱਲਾ ਹੋ ਜਾਂਦਾ ਹੈ। ਜਿਸ ਦਾ ਦਿਲ ਕਰਦਾ ਹੈ ਉਸ ਦਾ ਦਿਲ ਕਰਦਾ ਹੈ ਕੋਈ ਕੋਲ ਹੋਵੇ, ਕਿਸੇ ਦੇ ਕੋਲ ਹੋਣ 'ਤੇ ਉਸ ਦਾ ਦਿਲ ਕਰਦਾ ਹੈ ਕਿ ਉਹ ਚਲਾ ਜਾਵੇ। ਥਕਾਵਟ, ਝੁੰਝਲਾਹਟ, ਅਨਿੰਦਰੇਪਣ ਅਤੇ ਦਰਦ ਕਾਰਨ ਪਾਗਲ ਦਾ ਚਿਹਰਾ ਬੁੱਝ ਜਾਂਦਾ ਹੈ। ਘਰ ਦੇ ਜਾਂ ਪਰਿਵਾਰ ਦੇ ਜੀਅ ਅਕਸਰ ਚਾਹੁੰਦੇ ਹਨ ਕਿ ਵਿਚਾਰਾ ਪਾਗਲ ਵਿਅਕਤੀ ਆਤਮਘਾਤ ਹੀ ਕਰ ਲਵੇ। ਕਈ ਵਾਰੀ ਮਰਨ ਦੇ ਸਾਧਨ ਵੀ ਨੇੜੇ ਹੁੰਦੇ ਹਨ ਪਰ ਸਫਲਤਾ ਨਹੀਂ ਮਿਲਦੀ। ਪਾਗਲ ਵਿਅਕਤੀ ਨੂੰ ਜਿਤਨਾ ਮਰਜ਼ੀ ਨੁਹਾ ਧੁਆ ਕੇ ਸਾਫ਼ ਕੱਪੜੇ ਪਹਿਨਾ ਦਿਓ, ਸਿਰ ਦੇ ਵਾਲ ਵਾਹ ਦਿਓ, ਕੁਝ ਚਿਰ ਵਿੱਚ ਹੀ ਉਹ ਆਪਣਾ ਬੁਰਾ ਹਾਲ ਕਰ ਲੈਂਦਾ ਹੈ। ਸੋ ਇਸ ਕਾਰਨ ਕਰਕੇ ਉਸ ਦੀ ਸਫਾਈ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ। ਪਾਗਲ ਦੀ ਬੁਰੀ ਹਾਲਤ ਕਾਰਨ ਇਹੀ ਸੁਣਨ ਨੂੰ ਮਿਲਦਾ ਹੈ, ਅੱਜ ਤਾਂ ਹਾਲਤ ਕੱਲ੍ਹ ਨਾਲੋਂ ਵੀ ਭੈੜੀ ਹੈ। ਪਾਗਲਪਣ ਕਿਸੇ ਕਾਹਲੇ ਇਲਾਜ ਨੂੰ ਪ੍ਰਵਾਨ ਨਹੀਂ ਕਰਦਾ। ਘਰ ਵਾਲਿਆਂ ਨੂੰ ਰਾਹਤ ਦਿਵਾਉਣ ਅਤੇ ਹੋਰਾਂ ਦੇ ਪਾਗਲ ਹੋਣ ਦਾ ਬਚਾਓ ਕਰਨ ਲਈ ਪਾਗਲ ਵਿਅਕਤੀ ਨੂੰ ਕਿਧਰੇ ਦਾਖਲ ਕਰਵਾਉਣ ਬਾਰੇ ਅਕਸਰ ਸੋਚਿਆ ਜਾਂਦਾ ਹੈ। ਪਿੱਛੇ ਜਿਹੇ ਇੱਕ ਪਾਗਲ ਵਿਅਕਤੀ ਨੂੰ ਮਾਨਸਿਕ ਰੋਗਾਂ ਦੇ ਇਲਾਜ ਲਈ ਦੂਰ ਇੱਕ ਕੇਂਦਰ ਵਿੱਚ ਦਾਖਲ ਕਰਵਾਉਣ ਲਈ ਇੱਕ ਜਾਣੂ ਨਾਲ ਮੈਨੂੰ ਜਾਣਾ ਪਿਆ। ਉੱਥੇ ਆ ਕੇ ਮੈਨੂੰ ਆਪਣਾ ਜੀਵਨ ਵਧੇਰੇ ਮੁੱਲਵਾਨ ਲੱਗਣ ਲੱਗ ਪਿਆ। ਵੇਖੀ ਹੋਈ ਸਥਿਤੀ ਭੁੱਲਦੀ ਹੀ ਨਹੀਂ। ਜਦੋਂ ਕਿਸੇ ਪਾਗਲ ਨੂੰ ਦਾਖਲ ਕਰਵਾਇਆ ਜਾਂਦਾ ਹੈ ਤਾਂ ਪਤਾ ਲੱਗਣ ਉੱਤੇ ਹਰ ਪਾਗਲ ਵੱਖਰੇ ਢੰਗ ਨਾਲ ਪ੍ਰਤੀਕਰਮ, ਵਿਰੋਧ ਜਾਂ ਸਵਾਗਤ ਕਰਦਾ ਹੈ। ਜਦੋਂ ਅਸੀਂ ਪਹੁੰਚੇ ਤਾਂ ਇੱਕ ਪਾਗਲ ਝਾੜੂ ਮਾਰ ਰਿਹਾ ਸੀ। ਉਸਨੇ ਝਾੜੂ ਨੂੰ ਬੰਦੂਕ ਬਣਾ ਕੇ ਸਲੂਟ ਮਾਰਿਆ। ਇੱਕ ਹੋਰ ਇੱਕ ਪੈਰ 'ਤੇ ਖਲੋ ਕੇ ਭਮੀਰੀ ਵਾਂਗ ਘੁੰਮਣ ਲੱਗ ਪਿਆ। ਇੱਕ ਹੋਰ ਨੇ ਮੈਨੂੰ ਕਿਹਾ, ਤੁਸੀਂ ਮੰਤਰੀ ਹੋ, ਫਿਕਰ ਨਾ ਕਰੋ, ਇੱਥੇ ਰਹੋਗੇ ਤਾਂ ਠੀਕ ਹੋ ਜਾਵੋਗੇ। ਇੱਕ ਇਸਤਰੀ ਬੋਲੀ, ਬੱਚਿਓ ਰੌਲਾ ਨਾ ਪਾਓ, ਇਮਤਿਹਾਨ ਦੀ ਤਿਆਰੀ ਕਰੋ ਨਹੀਂ ਤਾਂ ਪਾਸ ਹੋ ਜਾਵੋਗੇ। ਇੱਕ ਨੇ ਸੀਟੀ ਮਾਰ ਕੇ ਕਿਹਾ, ਪਰੇ ਹੋ ਜਾਵੋ, ਗੱਡੀ ਆਉਣ ਵਾਲੀ ਹੈ। ਇੱਕ ਇਸਤਰੀ ਕਹਿ ਰਹੀ ਸੀ, ਮੇਰੇ ਪੇਟ ਵਿੱਚ ਬੰਬ ਹੈ ਜਿਹੜਾ ਕੱਲ੍ਹ ਫਟ ਜਾਵੇਗਾ। ਵਾਤਾਵਰਨ ਗੁਆਚੇ ਹੋਏ ਲੋਕਾਂ ਦੇ ਹੋਸਟਲ ਵਰਗਾ ਅਤੇ ਆਲਾ ਦੁਆਲੇ ਇੱਕ ਉੱਜੜੇ ਹੋਏ ਰੰਗ ਮੰਚ ਵਰਗਾ ਸੀ। ਇੰਝ ਲੱਗਦਾ ਸੀ ਜਿਵੇਂ ਤਿੜਕੇ ਹੋਏ ਤਾਜ ਅਤੇ ਟੁੱਟੇ ਹੋਏ ਤਖ਼ਤ ਨਾਂ ਦਾ ਨਾਟਕ ਚੱਲ ਰਿਹਾ ਹੋਵੇ। ਕਿਸੇ ਵਿੱਚੋਂ ਮੈਨੂੰ ਆਪਣੀ ਮਾਂ ਦਾ ਝਾਵਲਾ ਪੈਂਦਾ ਸੀ, ਕਿਸੇ ਵਿੱਚੋਂ ਭੈਣ ਦਾ, ਕੋਈ ਭਰਾ ਦਿਸਦਾ ਸੀ, ਕੋਈ ਪਿਤਾ। ਵਾਤਾਵਰਨ ਬੜਾ ਸੋਗੀ ਅਤੇ ਦੁਖਾਂਤਕ ਸੀ। ਕਈ ਸੰਗਲੀਆਂ ਨਾਲ ਬੰਨੇ ਹੋਏ ਸਨ ਕਿਉਂਕਿ ਉਹ ਹਿੰਸਕ ਹੋ ਜਾਂਦੇ ਸਨ ਅਤੇ ਬਾਹਰ ਵੱਲ ਭੱਜਣ ਦਾ ਯਤਨ ਕਰਦੇ ਸਨ। ਪਾਗਲਾਂ ਦੀ ਦੇਖਭਾਲ ਲਈ ਰੱਖਿਆ ਅਮਲਾ ਥੱਕਿਆ ਅਤੇ ਹਾਰਿਆ ਹੋਇਆ ਲੱਗਦਾ ਸੀ। ਸ਼ੁਰੂ ਵਿੱਚ ਦਾਖਲ ਹੋਇਆ ਨਵਾਂ ਪਾਗਲ ਕੁਝ ਦਿਨ ਉਦਾਸ ਰਹਿੰਦਾ ਹੈ, ਨਵੇਂ ਵਾਤਾਵਰਨ ਨੂੰ ਸਵੀਕਾਰ ਨਹੀਂ ਕਰਦਾ, ਪਰ ਹੌਲੀ ਹੌਲੀ ਸਾਰੇ ਸੁਸਤ ਕਰਨ ਵਾਲੀਆਂ ਦਵਾਈਆਂ ਦੇ ਪ੍ਰਭਾਵ ਅਧੀਨ ਇਸ ਥਾਂ 'ਤੇ ਨਿਤਨੇਮ ਨੂੰ ਪ੍ਰਵਾਨ ਕਰ ਲੈਂਦੇ ਹਨ। ਕਿਉਂਕਿ ਪਾਗਲਖਾਨੇ ਦੇ ਪੱਕੇ ਜਾਂ ਲੰਮੇ ਅਰਸੇ ਲਈ ਵਾਸੀ ਹੁੰਦੇ ਹਨ, ਸੋ ਅੰਦਰ ਖਾਤੇ ਪਾਗਲਾਂ ਦੀਆਂ ਵੀ ਦੋਸਤੀਆਂ ਦੁਸ਼ਮਣੀਆਂ ਹੁੰਦੀਆਂ ਹਨ। ਕਿਸੇ ਦੇ ਜਾਣ ਸਮੇਂ ਜਾਂ ਉਸ ਦਾ ਮਿੱਤਰਕ ਸਰੀਰ ਲੈ ਜਾਣ ਸਮੇਂ ਸਾਰਿਆਂ ਦਾ ਵਿਹਾਰ ਬੱਚਿਆਂ ਵਾਲਾ ਹੋ ਜਾਂਦਾ ਹੈ। ਸਭ ਕੁਝ ਵੇਖ ਕੇ ਖਿਆਲ ਆਇਆ ਅਤੇ ਮੈਂ ਸੋਚਿਆ ਕਿ ਜੇ ਮੈਨੂੰ ਇੱਥੇ ਰਹਿਣਾ ਪਵੇ ਤਾਂ ਕੀ ਰਹਿ ਲਵਾਂਗਾ। ਪਾਗਲਾਂ ਦੇ ਦੁੱਖ ਇਤਨੇ ਸੰਘਣੇ ਅਤੇ ਗੁੰਝਲਦਾਰ ਹੁੰਦੇ ਹਨ ਕਿ ਸਵੇਰ ਦੇ ਦੁੱਖ ਸ਼ਾਮ ਹੋਣ ਤੱਕ ਪੁਰਾਣੇ ਹੋ ਜਾਂਦੇ ਹਨ। ਰੌਣਕਾਂ ਨਾਲ ਭਰੇ ਜਗਤ ਮੇਲੇ ਨੂੰ ਬੇਦਾਵਾ ਦੇ ਕੇ ਆਏ ਲੋਕ ਇੱਥੇ ਆਪਣੇ ਆਪ ਨੂੰ ਲੱਭ ਰਹੇ ਹਨ। ਕਿਸੇ ਜਾਣੂ ਨੂੰ ਇੱਥੇ ਦਾਖਲ ਕਰਵਾ ਕੇ ਆ ਜਾਣਾ ਅਤੇ ਆਮ ਸਧਾਰਨ ਜੀਵਨ ਜਿਉਣਾ ਬੜਾ ਮੁਸ਼ਕਿਲ ਅਤੇ ਦੁਖਦਾਈ ਕਾਰਜ ਹੈ। ਇੰਝ ਲੱਗਦਾ ਹੈ ਜਿਵੇਂ ਉਹ ਮੈਨੂੰ ਆਵਾਜ਼ਾਂ ਮਾਰ ਰਿਹਾ ਹੈ। ਉਸ ਦੇ ਸੁਪਨੇ ਆਉਂਦੇ ਹਨ, ਉਸ ਦੀ ਯਾਦ ਸਤਾਉਂਦੀ ਹੈ।
ਲੱਗਦਾ ਹੈ ਉਹ ਮੈਂ ਹੀ ਹਾਂ ਜਾਂ ਅਗਲੀ ਵਾਰੀ ਮੇਰੀ ਹੈ। ਕਈ ਪਾਗਲ ਹੋ ਜਾਂਦੇ ਹਨ, ਕਈਆਂ ਨੂੰ ਪਾਗਲ ਕੀਤਾ ਵੀ ਜਾਂਦਾ ਹੈ। ਯੁੱਧ ਵਿੱਚ ਫੜੇ ਗਏ ਫੌਜੀ ਜਾਂ ਜਾਸੂਸ ਦੇ ਦੁਸ਼ਮਣ ਲਈ ਲਾਭਕਾਰੀ ਸਾਬਤ ਨਾ ਹੋਣ ਤਾਂ ਉਹਨਾਂ ਨਾਲ ਅਜਿਹਾ ਵਿਹਾਰ ਕੀਤਾ ਜਾਂਦਾ ਹੈ ਕਿ ਉਹ ਅਕਸਰ ਪਾਗਲ ਹੋ ਜਾਂਦੇ ਹਨ। ਲਗਾਤਾਰ ਇਕੱਲਿਆਂ ਬੰਦ ਰੱਖਣ ਨਾਲ ਵਿਅਕਤੀ ਆਪਣਾ ਮਾਨਸਿਕ ਸੰਤੁਲਨ ਗੁਆ ਬੈਠਦਾ ਹੈ। ਅੱਖਾਂ ਸਾਹਮਣੇ ਚਮਕਦੀਆਂ ਰੌਸ਼ਨੀਆਂ ਕਾਰਨ ਕਈ ਦਿਨ ਦਾ ਸੌਣ ਕਾਰਨ ਮਨੁੱਖ ਨੀਂਦ ਪਾਗਲ ਹੋ ਜਾਂਦਾ ਹੈ। ਮੂੰਹ ਵਿੱਚ ਪਾਈਪ ਪਾ ਕੇ ਤੇਜ਼ ਪਾਣੀ ਛੱਡਣ ਨਾਲ ਡੁੱਬਣ ਅਤੇ ਗੋਤੇ ਖਾਣ ਦਾ ਅਹਿਸਾਸ ਹੁੰਦਾ ਹੈ। ਮਿਰਚਾਂ ਵਾਲੇ ਚਾਵਲ ਖਵਾ ਕੇ ਪਾਣੀ ਵੱਲੋਂ ਪਿਆਸੇ ਰੱਖਣ ਨਾਲ ਹਰ ਵੇਲੇ ਉਲਟੀ ਆਉਣ ਵਾਲੀ ਕਚਿਆਣ ਹੁੰਦੀ ਹੈ। ਮਨੁੱਖ ਵੱਲੋਂ ਜਾਨਵਰਾਂ ਨਾਲ ਹੀ ਨਹੀਂ, ਮਨੁੱਖਾਂ ਨਾਲ ਵੀ ਅਣਮਨੁੱਖੀ ਵਿਹਾਰ ਦੀਆਂ ਵੰਨਗੀਆਂ ਅਨੇਕ ਹਨ। ਦੂਜੇ ਵਿਸ਼ਵ ਯੁੱਧ ਵਿੱਚ ਹਿਟਲਰ ਹਰ ਰੋਜ਼ ਔਸਤਨ 6000 ਯਹੂਦੀਆਂ ਨੂੰ ਇੱਕ ਵੱਡੇ ਹਾਲ ਵਿੱਚ ਇਕੱਠੇ ਕਰਕੇ ਗੈਸ ਛੱਡਣ ਨਾਲ ਮਾਰਦਾ ਸੀ। ਕਈ ਪਹਿਲਾਂ ਹੀ ਪਾਗਲ ਹੋ ਜਾਂਦੇ ਸਨ। ਕਈ ਵਾਰੀ ਕਿਸੇ ਨੂੰ ਮਿੱਥ ਕੇ ਵੀ ਪਾਗਲ ਕੀਤਾ ਜਾਂਦਾ ਹੈ। ਇੱਕ ਵਾਰੀ ਜਾਪਾਨ ਵਿੱਚ ਦਰਬਾਰੀਆਂ ਨੇ ਬਾਦਸ਼ਾਹ ਨੂੰ ਪਾਗਲ ਕਰਨ ਦੀ ਵਿਉਂਤ ਬਣਾਈ। ਘੋੜ ਸਵਾਰਾਂ ਦੀ ਸਲਾਮੀ ਵੇਲੇ ਇੱਕ ਊਂਠ ਸਵਾਰ ਖੜਾ ਕਰ ਦਿੱਤਾ ਗਿਆ। ਬਾਦਸ਼ਾਹ ਨੇ ਪੁੱਛਿਆ, ਘੋੜਿਆਂ ਵਿੱਚ ਇਹ ਊਂਠ ਕਿਉਂ ਹੈ? ਦਰਬਾਰੀਆਂ ਨੇ ਕਿਹਾ, ਨਹੀਂ ਬਾਦਸ਼ਾਹ ਸਲਾਮਤ, ਤੁਹਾਨੂੰ ਭੁਲੇਖਾ ਲੱਗਿਆ ਹੈ, ਇਹ ਊਂਠ ਨਹੀਂ ਘੋੜਾ ਹੈ। ਐਵੇਂ ਹੀ ਇੱਕ ਪ੍ਰੀਤੀ ਭੋਜ ਵਿੱਚ ਸ਼ਾਹੀ ਲਿਬਾਸ ਵਾਲੇ ਪਤਵੰਤਿਆਂ ਵਿੱਚ ਇੱਕ ਚਿੱਥੜਿਆਂ ਵਾਲਾ ਵਿਅਕਤੀ ਖੜਾ ਕਰ ਦਿੱਤਾ ਗਿਆ। ਬਾਦਸ਼ਾਹ ਨੇ ਪੁੱਛਿਆ, ਇਹ ਇੱਥੇ ਕਿਉਂ ਹੈ? ਕਹਿਣ ਲੱਗੇ, ਨਹੀਂ ਬਾਦਸ਼ਾਹ ਸਲਾਮਤ, ਇਹ ਰਾਜਕੁਮਾਰ ਹੈ, ਤੁਹਾਡੀ ਤਬੀਅਤ ਠੀਕ ਨਹੀਂ ਸੋ ਤੁਹਾਨੂੰ ਭੁਲੇਖਾ ਲੱਗਿਆ ਹੈ। ਹਰ ਵਾਰੀ ਅਜਿਹੀ ਵਿਸੰਗਤੀ ਨਾਲ ਦਰਬਾਰੀਆਂ ਨੇ ਬਾਦਸ਼ਾਹ ਨੂੰ ਆਤਮਘਾਤ ਕਰਨ ਲਈ ਮਜਬੂਰ ਕਰ ਦਿੱਤਾ। ਐਵੇਂ ਹੀ ਏਕਾ ਕਰਕੇ ਇੱਕ ਛੋਟੇ ਦਫ਼ਤਰ ਦੇ ਭ੍ਰਿਸ਼ਟ ਕਰਮਚਾਰੀਆਂ ਨੇ ਬਦਲ ਕੇ ਆਏ ਇੱਕ ਇਮਾਨਦਾਰ ਅਫਸਰ ਦੇ ਪਹੁੰਚਣ ਤੋਂ ਪਹਿਲਾਂ ਹੀ ਉਸਦੇ ਪਾਗਲ ਹੋਣ ਦੀ ਅਫਵਾਹ ਫੈਲਾ ਦਿੱਤੀ। ਉਹ ਹਰ ਰੋਜ਼ ਕਹਿਣ ਲੱਗ ਪਏ, ਤੁਸੀਂ ਆਪਣਾ ਇਲਾਜ ਕਰਵਾਓ। ਉਹ ਅਫਸਰ ਕਹੇ, ਕਿਉਂ, ਮੈਨੂੰ ਕੀ ਹੋਇਆ ਹੈ? ਤਾਂ ਕਰਮਚਾਰੀ ਆਪ ਹੀ ਫਾਈਲਾਂ ਪਾੜ ਕੇ ਕਹਿਣ ਲੱਗੇ, ਤੁਸੀਂ ਫਾਈਲਾਂ ਪਾੜ ਦਿੰਦੇ ਹੋ, ਸਵੇਰੇ 6 ਵਜੇ ਹੀ ਦਫ਼ਤਰ ਆ ਜਾਂਦੇ ਹੋ, ਤੁਸੀਂ ਹੈ ਸ਼ਰਮਾ ਜੀ ਪਰ ਦਸਤਖਤ ਮਲਹੋਤਰਾ ਦੇ ਕਰਦੇ ਹੋ। ਕਈ ਵਾਰੀ ਤੁਸੀਂ ਦਫ਼ਤਰ ਵਿੱਚ ਸਲਵਾਰ ਪਾ ਕੇ ਹੀ ਆ ਜਾਂਦੇ ਹੋ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਤੁਸੀਂ ਕੀ ਬੋਲਦੇ ਰਹਿੰਦੇ ਹੋ। ਐਵੇਂ ਅਧੀਨ ਅਮਲੇ ਨੇ ਆਪਣੇ ਅਫਸਰ ਦਾ ਮਾਨਸਿਕ ਸੰਤੁਲਨ ਵਿਗਾੜ ਦਿੱਤਾ। ਸਹੁਰੇ ਪਰਿਵਾਰ ਦੇ ਜੀਆਂ ਵੱਲੋਂ ਰਲ ਕੇ ਨੂੰਹ ਨੂੰ ਪਾਗਲ ਕਰਨ ਦੀਆਂ ਅਨੇਕਾਂ ਉਦਾਹਰਨਾਂ ਹਨ। ਮੂਰਖਤਾ, ਵਹਿਮ ਅਤੇ ਖਬਤ ਆਦਿ ਦੇ ਕਈ ਲੱਛਣ ਪਾਗਲਪਣ ਨਾਲ ਸਾਂਝੇ ਹਨ। ਇੱਕ ਮੂਰਖ ਫੈਸਲੇ ਠੀਕ ਕਰਦਾ ਸੀ ਪਰ ਕਹਿੰਦਾ ਸੀ ਉਹ ਆਪਣੇ ਗੋਡੇ ਨਾਲ ਸੋਚਦਾ ਹੈ। ਇੱਕ ਨੂੰ ਵਹਿਮ ਸੀ ਕਿ ਉਸਦੀ ਪਤਨੀ ਉਸਨੂੰ ਭੋਜਨ ਵਿੱਚ ਜ਼ਹਿਰ ਮਿਲਾ ਕੇ ਮਾਰ ਦੇਵੇਗੀ। ਜਦੋਂ ਕਿਹਾ ਜਾਂਦਾ ਹੈ ਉਹ ਉਸਦਾ ਵਹਿਮ ਸੀ ਤਾਂ ਉਹ ਕਹਿੰਦਾ ਸੀ ਤੁਸੀਂ ਵੀ ਇਸ ਨਾਲ ਮਿਲੇ ਹੋਏ ਹੋ। ਹਰ ਵੇਲੇ ਹੱਥ ਧੋਣਾ, ਚੜ੍ਹਨ ਵੇਲੇ ਪੌੜੀਆਂ ਗਿਣਨੀਆਂ, ਹਰ ਨੋਟ ਦਾ ਨੰਬਰ ਵੇਖਣਾ, ਕੁੰਡੀਆਂ ਜਿੰਦਰੇ ਪਰਖਦੇ ਰਹਿਣਾ ਆਦਿ ਖਬਤ ਹਨ। ਇੱਕ ਖਬਤੀ ਫੋਟੋਗ੍ਰਾਫਰ ਨੂੰ ਫੋਟੋ ਖਰਾਬ ਹੋ ਜਾਣ ਦਾ ਵਹਿਮ ਸੀ, ਸੋ ਹਰੇਕ ਸਮਾਗਮ ਤੇ ਫੋਟੋ ਖਿੱਚਣ ਲਈ ਉਹ ਇਤਨਾ ਪੁੱਠਾ ਸਿੱਧਾ ਹੁੰਦਾ ਸੀ ਕਿ ਸਮਾਗਮ ਮੁੱਕ ਜਾਂਦਾ ਸੀ ਪਰ ਉਸ ਤੋਂ ਫੋਟੋ ਨਾ ਖਿੱਚੀ ਜਾਂਦੀ। ਉਹ ਮੂਰਖਤਾ ਸੀ ਹੀ, ਉਹ ਵਹਿਮੀ ਅਤੇ ਖਬਤੀ ਵੀ ਸੀ। ਪਾਗਲ ਹਰ ਯੁੱਗ ਵਿੱਚ ਹੋਏ ਹਨ ਅਤੇ ਹੋਣਗੇ। ਪਾਗਲ ਵਿਅਕਤੀ ਦੀਆਂ ਸਮੱਸਿਆਵਾਂ ਦੇ ਦੋ ਮੁੱਖ ਕਾਰਨ ਹੁੰਦੇ ਹਨ, ਕਿਸੇ ਕਾਰਨ ਯਾਦ ਸ਼ਕਤੀ ਦਾ ਲੋਪ ਹੋ ਜਾਣਾ ਅਤੇ ਵਸਤਾਂ ਵਿਚਕਾਰ ਸੰਬੰਧਾਂ ਦਾ ਗੁਆਚ ਜਾਣਾ। ਅਸੀਂ ਨਿੱਤਾਂ ਪ੍ਰਤੀ ਦੇ ਕੰਮ ਯਾਦ ਸ਼ਕਤੀ ਦੇ ਆਧਾਰ 'ਤੇ ਕਰਦੇ ਹਾਂ। ਸਾਡੀ ਚੇਤਨਾ ਇੱਕ ਗਠੜੀ ਵਾਂਗ ਹੈ। ਪਾਗਲਪਣ ਦੀ ਸਥਿਤੀ ਉਵੇਂ ਹੈ ਜਿਵੇਂ ਗਠੜੀ ਖੁੱਲ੍ਹ ਜਾਵੇ ਜਾਂ ਮਾਲਾ ਦੇ ਮਣਕੇ ਖਿਲਰ ਜਾਣ। ਫੁਲਕਾ ਬਣਾਉਣ ਲਈ ਆਟਾ ਗੁੰਨਣਾ, ਪੇੜਾ ਬਣਾਉਣਾ, ਪਲੇਥਣ ਲਾਉਣਾ, ਫੁਲਕਾ ਵੇਲਣਾ, ਤਵੇ 'ਤੇ ਪਾਉਣਾ, ਫਲਾਉਣਾ, ਲਾਉਣਾ ਅਤੇ ਚੋਪੜਨਾ ਆਦਿ ਸਾਰੇ ਪੜਾਅ ਇੱਕ ਦੂਜੇ ਨਾਲ ਜੁੜੇ ਹੁੰਦੇ ਹਨ। ਪਾਗਲ ਇਸ ਅੰਤਰ ਸੰਬੰਧਤਾ ਦੀ ਸੋਝੀ ਗੁਆ ਬੈਠਦਾ ਹੈ। ਸਾਡੇ ਦਿਮਾਗ ਦਾ ਜਿਹੜਾ ਭਾਗ ਮਰ ਜਾਂਦਾ ਹੈ ਉਸ ਨਾਲ ਸੰਬੰਧਿਤ ਸਰੀਰ ਦਾ ਭਾਗ ਨਕਾਰਾ ਹੋ ਜਾਂਦਾ ਹੈ। ਪਾਗਲ ਦੇ ਖਿਡਰੇ ਅਤੇ ਬੇਤਰਤੀਬੇ ਦਿਮਾਗ ਵਿੱਚ ਜਿਹੜੀ ਤਾਰ ਜਿਸ ਨਾਲ ਜੁੜ ਜਾਂਦੀ ਹੈ, ਪਾਗਲ ਉਸ ਅਨੁਸਾਰ ਕਾਰਜ ਕਰਨ ਲੱਗ ਪੈਂਦਾ ਹੈ।
ਪੁਰਾਤਨ ਯੁੱਗ ਵਿੱਚ ਪਾਗਲਪਨ ਨੂੰ ਪਾਪ ਦੀ ਸਜ਼ਾ ਕਿਹਾ ਜਾਂਦਾ ਸੀ। ਮੱਧਕਾਲ ਵਿੱਚ ਭੂਤਾਂ ਅਤੇ ਚੁੜੇਲਾਂ ਵੱਲੋਂ ਪਾਗਲ ਕੀਤੇ ਜਾਣ ਦੀ ਗੱਲ ਚੱਲੀ। ਮੱਧਕਾਲ ਤੋਂ ਹੀ ਮੜੀਆਂ ਉੱਤੇ ਦੀਵੇ ਇਸ ਲਈ ਬਾਲੇ ਜਾਂਦੇ ਹਨ ਤਾਂ ਕਿ ਭੂਤ ਉੱਥੇ ਹੀ ਰਹਿਣ, ਸਾਡੇ ਘਰਾਂ ਵੱਲ ਨਾ ਆਉਣ। ਸ਼ਰਾਧ ਇਸ ਲਈ ਕੀਤੇ ਜਾਂਦੇ ਹਨ ਤਾਂ ਕਿ ਮਰ ਗਏ ਪੁਰਖਿਆਂ ਨੂੰ ਦੱਸਿਆ ਜਾਵੇ ਕਿ ਅਸੀਂ ਤੁਹਾਨੂੰ ਭੁੱਲੇ ਨਹੀਂ, ਪਰ ਤੁਸੀਂ ਸਾਨੂੰ ਤੰਗ ਨਾ ਕਰਨਾ। ਪੁਰਾਤਨ ਲੋਕ ਆਪਣੀ ਵਿੱਤ ਅਤੇ ਸਮਝ ਅਨੁਸਾਰ ਆਪਣੇ ਵਹਿਮਾਂ ਭਰਮਾਂ ਦੇ ਆਧਾਰ 'ਤੇ ਪਾਗਲਪਨ ਦਾ ਇਲਾਜ ਕਰਦੇ ਸਨ। 2500 ਸਾਲ ਪਹਿਲਾਂ ਆਧੁਨਿਕ ਚਿਕਿਤਸਾ ਪ੍ਰਣਾਲੀ ਦੇ ਬਾਨੀ ਹਿਪੋਕਰੇਟਸ ਨੇ ਕਿਹਾ ਸੀ ਕਿ ਪਾਗਲਪਨ ਦਿਮਾਗ ਵਿੱਚ ਪਏ ਵਿਘਨ ਕਾਰਨ ਹੁੰਦਾ ਹੈ। ਇਸ ਵਿਘਨ ਨੂੰ ਸਮਝਣ ਦੇ ਉਪਰਾਲੇ ਜਾਰੀ ਹਨ। ਭਾਰਤ ਵਿੱਚ ਅੰਗਰੇਜ਼ੀ ਇਲਾਜ ਦਾ ਸੰਕਲਪ ਅੰਗਰੇਜ਼ ਲੈ ਕੇ ਆਏ ਅਤੇ ਇਲਾਜ ਦੀ ਇਸ ਪ੍ਰਣਾਲੀ ਅਨੁਸਾਰ ਪਾਗਲ ਨੂੰ ਮਾਨਸਿਕ ਰੋਗੀ ਕਿਹਾ ਜਾਣ ਲੱਗਾ। ਇਸ ਰੋਗ ਦੇ ਸੰਬੰਧ ਵਿੱਚ ਵੱਡੀਆਂ ਪੁਲਾਂਘਾਂ ਮਨੋਵਿਗਿਆਨ ਦੇ ਵਿਕਾਸ ਨਾਲ ਪੁੱਟੀਆਂ ਗਈਆਂ ਹਨ। ਪਾਗਲਪਨ ਦੇ ਕਾਰਨ ਲੱਭੇ ਗਏ ਹਨ ਅਤੇ ਇਲਾਜ ਵੀ ਸੋਚੇ ਗਏ ਹਨ। ਪਾਗਲਾਂ ਕੋਲ ਤਰਕ ਜਾਂ ਸੋਚਣ ਦੀ ਸੰਗਲੀ ਨਹੀਂ ਹੁੰਦੀ, ਸੋ ਉਹਨਾਂ ਨੂੰ ਕਿਸੇ ਕੰਮ ਰੋਜ਼ਗਾਰ 'ਤੇ ਨਹੀਂ ਲਾਇਆ ਜਾ ਸਕਦਾ। ਘਰ ਵਿੱਚ ਪਾਗਲ ਦੀ ਹਾਜ਼ਰੀ ਕਾਰਨ ਸਮੁੱਚੇ ਪਰਿਵਾਰ ਦੀਆਂ ਪਰੇਸ਼ਾਨੀਆਂ ਵੱਧ ਜਾਂਦੀਆਂ ਹਨ। ਕਿਸੇ ਨੂੰ ਘਰ ਨਹੀਂ ਬੁਲਾਇਆ ਜਾਂਦਾ, ਬੱਚਿਆਂ ਦੇ ਵਿਆਹ ਔਖੇ ਹੋ ਜਾਂਦੇ ਹਨ। ਜੇ ਪਾਗਲ ਦੀ ਹਾਲਤ ਵਿੱਚ ਸੁਧਾਰ ਦੀ ਕੋਈ ਆਸ ਨਾ ਹੋਵੇ ਤਾਂ ਸਮੁੱਚਾ ਵਾਤਾਵਰਨ ਸੋਗੀ ਅਤੇ ਢਹਿੰਦੀ ਕਲਾ ਵਾਲਾ ਹੋ ਜਾਂਦਾ ਹੈ। ਜਿਨ੍ਹਾਂ ਘਰਾਂ ਵਿੱਚ ਪਾਗਲ ਨੂੰ ਰੱਖਣ ਦੀ ਮੁਸੀਬਤ ਹੈ, ਉੱਥੇ ਹੋਰ ਕੋਈ ਮੁਸੀਬਤ ਪ੍ਰਤੀਤ ਨਹੀਂ ਹੁੰਦੀ। ਜਿਵੇਂ ਖੂਹ ਵਿੱਚ ਡਿੱਗਿਆ ਬੰਦਾ ਆਪੇ ਬਾਹਰ ਨਿਕਲਣ ਵਿੱਚ ਅਸਮਰਥ ਹੁੰਦਾ ਹੈ, ਉਸ ਨੂੰ ਕੱਢਣਾ ਪੈਂਦਾ ਹੈ, ਇਵੇਂ ਹੀ ਪਾਗਲ ਨਾਲ ਵਿਹਾਰ ਕਰਨ ਦੀ ਲੋੜ ਹੈ। ਪਾਗਲ ਤਾਂ ਜਾਨਵਰ ਵੀ ਹੁੰਦੇ ਹਨ, ਪਰ ਪਾਗਲ ਜਾਨਵਰਾਂ ਨੂੰ ਮਾਰ ਦਿੱਤਾ ਜਾਂਦਾ ਹੈ, ਜਦੋਂ ਕਿ ਮਨੁੱਖ ਨੂੰ ਉਸਦੇ ਠੀਕ ਹੋ ਜਾਣ ਦੀ ਉਮੀਦ ਨਾਲ ਸਾਂਭਿਆ ਜਾਂਦਾ ਹੈ। ਪਾਗਲ ਆਪਣੀ ਦੇਖਭਾਲ ਵੀ ਨਹੀਂ ਕਰਨ ਦਿੰਦਾ, ਸੋ ਉਸ ਦੀ ਦੇਖਭਾਲ ਕਰਨੀ ਅਕਾਊ ਕਾਰਜ ਹੈ। ਨਿਰਸੰਦੇਹ ਸਥਿਤੀ ਗੰਭੀਰ ਹੈ, ਪਰ ਖੋਜ ਜਾਰੀ ਹੈ ਅਤੇ ਇਲਾਜ ਦੀਆਂ ਨਵੀਆਂ ਲੱਭਤਾਂ ਅਤੇ ਵਿਧੀਆਂ ਨੇ ਆਸ ਉਪਜਾਈ ਹੈ ਕਿ ਹੋਰ ਗੰਭੀਰ ਰੋਗਾਂ ਵਾਂਗ ਇਸ ਰੋਗ ਦਾ ਵੀ ਇਲਾਜ ਲੱਭ ਲਿਆ ਜਾਵੇਗਾ। ਜਿਹੜੇ ਪਾਗਲ ਨਹੀਂ ਹੋਏ ਉਹਨਾਂ ਨੂੰ ਪਾਗਲਾਂ ਨਾਲ ਵਿਹਾਰ ਕਰਦਿਆਂ ਭੁੱਲਣਾ ਨਹੀਂ ਚਾਹੀਦਾ ਕਿ ਕਿਸੇ ਵੇਲੇ ਇਹ ਪਾਗਲ ਸਾਡੇ ਵਰਗਾ ਹੀ ਸੀ। ਧੰਨਵਾਦ।